ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ। ਗੁਰ ਨਾਨਕ ਪਦ ਪੰਕਜ ਬੰਦਨ ਪਾਦ ਪੰਕਜ ਬੰਦਨਾ ਸਿਮਰਾ ਅੰਗਦ ਦੁਖ ਨਿਕੰਦਨਾ। ਗੁਰ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ। ਗੁਰ ਰਾਮਦਾਸ ਗੁਣ ਗਾਉ ਗੁਰ ਅਰਜਨ ਬਿਘਨ ਕੇ ਨਾਸਕ ਬਿਘਨ ਕੇ ਨਾਸਕ। ਗੁਰ ਹਰਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਾਉਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਗੁਰੂ ਗੋਬਿੰਦ ਸਿੰਘ ਬਿਸਾਲਾ ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ। ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਏਕ ਓੰਕਾਰ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ।
ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਨ ਸੋਏ। ਵਾਹਿਗੁਰੂ ਜੀ ਬਸਤਰ ਸ਼ਸਤਰ ਕੋ ਪਹਿਰ ਕੈ ਅਰੂੜ ਤੁਰੰਗਾ। ਗਮਨ ਕੇਨ ਸਤਿਗੁਰੂ ਪ੍ਰਭੂ ਜਿਨ ਕੋ ਜਸ ਗੰਗਾ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਜ਼ਰਾ ਹਜੂਰ ਜਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ 6ਵੇਂ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲੋਂ ਅਸੀਸ ਬਖਸ਼ਦਿਆਂ ਹੋਇਆਂ ਲਵਾਓ ਹਾਜ਼ਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਸਤਰ ਸ਼ਸਤਰ ਕੋ ਪਹਿਰ ਕੈ ਅਰੂੜ ਤੁਰੰਗਾ। ਗਮਨ ਕੇਨ ਸਤਿਗੁਰ ਪ੍ਰਭ ਜਿਨ ਕੋ ਜਸ ਗੰਗਾ। ਕਵਿਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਕੱਲ੍ਹ ਜਿਵੇਂ ਪਿਛਲੇ ਪ੍ਰਕਰਨਾਂ ਦੇ ਅੰਦਰ ਆਪ ਜੀ ਨੇ ਸਰਵਣ ਕੀਤਾ, ਸਤਿਗੁਰੂ ਜੀ ਕਾਂਗੜਪੁਰ ਤੋਂ ਹੁੰਦੇ ਹੋਏ ਜਿਵੇਂ ਪੁੱਥੋਂ ਹੀ ਕਿਸਾਨ ਦਾ ਭਲਾ ਕੀਤਾ, ਉਹਦੇ ਤੋਂ ਬਾਜ ਵੀ ਲਿਆ ਔਰ ਉਸੇ ਬਾਜ ਨਾਲ ਸ਼ਿਕਾਰ ਖੇਡਦੇ ਹੋਏ ਗੁਰੂ ਸਾਹਿਬ ਜੀ ਅੱਗੇ ਨੂੰ ਆ ਰਹੇ ਨੇ। ਸਤਲੁਜ ਦਰਿਆ ਨੂੰ ਪਾਰ ਕੀਤਾ, ਦਰਿਆ ਪਾਰ ਕਰਕੇ ਰਾਤ ਇੱਥੇ ਡੇਰਾ ਕੀਤਾ, ਇੱਥੇ ਲੰਗਰ ਪਾਣੀ ਛਕ ਕੇ ਆਰਾਮ ਕੀਤਾ। ਅਗਲਾ ਦਿਨ ਚੜ੍ਹਿਆ, ਸੋਜੇ ਇਸ਼ਨਾਨ ਕੀਤਾ, ਨੇਮ ਨੂੰ ਨਿਭਾਇਆ ਅਤੇ ਜਦੋਂ ਆਸਾ ਕਿਵਾਰ ਦਾ ਭੋਗ ਪਾਇਆ ਗਿਆ ਉਸੇ ਵੇਲੇ ਗੁਰੂ ਸਾਹਿਬ ਜੀ ਨੇ ਕੂਚ ਦੇ ਨਗਾਰੇ ਵਜਾ ਦਿੱਤੇ। ਅੱਗੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰੂ ਸਾਹਿਬ ਜੀ ਸ਼ਸਤਰ ਬਸਤਰ ਪਾ ਕੇ ਘੋੜੇ 'ਤੇ ਸਵਾਰ ਹੋ ਗਏ। ਅੱਗੇ ਚਾਲਣ ਕੂਚ ਕਰਨ ਵਾਸਤੇ ਗੁਰੂ ਸਾਹਿਬ ਜੀ ਨੇ ਨਗਾਰੇ ਵਜਾਏ ਨੇ। ਉਹ ਗੁਰੂ ਸਾਹਿਬ ਜੀ ਕਿ ਜਿਨ੍ਹਾਂ ਦਾ ਜਸ ਬਹੁਤ ਹੀ ਗੰਗਾ ਵਾਂਗੂ ਨਿਰਮਲ ਹੈ ਔਰ ਚੰਦਰਮਾ ਵਾਂਗੂ ਫੈਲਿਆ ਹੋਇਆ ਹੈ। ਜਥਾ ਕਰਮ ਮਗ ਕੋ ਉਲੰਘ ਪਹੁੰਚੇ ਤਬ ਜਾਏ। ਕਹਿੰਦੇ ਜਥਾ ਕਰਮ ਸਾਰੇ ਪੈਂਡੇ ਨੂੰ ਮੁਕਾ ਕੇ ਗੁਰੂ ਸਾਹਿਬ ਜੀ ਫਿਰ ਪਹੁੰਚੇ ਕਿੱਥੇ? ਸ੍ਰੀ ਕਰਤਾਰਪੁਰਾ ਜਹਾਂ ਗੁਰ ਰਚਿਓ ਬਣਾਈ। ਸ੍ਰੀ ਕਰਤਾਰਪੁਰ ਸਾਹਿਬ ਜੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵਸਾਇਆ ਸੀ, ਜਲੰਧਰ ਵਾਲਾ ਸ੍ਰੀ ਕਰਤਾਰਪੁਰ ਸਾਹਿਬ, ਸਤਿਗੁਰੂ ਜੀ ਇੱਥੇ ਪਹੁੰਚੇ ਨੇ। ਸਰਬ ਜਹਾਂ ਪਰਿਵਾਰ ਹੈ ਗੁਰ ਕੋ ਹਿਤਕਾਰੀ। ਔਰ ਸਤਿਗੁਰੂ ਜੀ ਦਾ ਸਾਰਾ ਪਿਆਰ ਪਹਿਲੋਂ ਜਿਹੜਾ ਪਰਿਵਾਰ ਹੈ ਉਹ ਪਹਿਲੋਂ ਕਰਤਾਰਪੁਰ ਸਾਹਿਬ ਸੀ। ਸਤਿਗੁਰੂ ਜੀ ਨੇ ਬਾਬਾ ਗੁਰਦਿੱਤਾ ਜੀ ਦੇ ਨਾਲ ਸਾਰੇ ਪਰਿਵਾਰ ਨੂੰ ਪਹਿਲੋਂ ਉੱਥੇ ਭੇਜਿਆ ਹੋਇਆ ਸੀ। ਹਿਰਦੈ ਪ੍ਰਤੀਖਤ ਰਹਿਤ ਹੈ ਕਬ ਦਰਸ਼ਨ ਨਿਹਾਰੀ। ਸਾਰਾ ਪਰਿਵਾਰ ਇੰਤਜ਼ਾਰ ਵਿੱਚ ਸੀ ਕਿ ਗੁਰੂ ਸਾਹਿਬ ਜੀ ਕਦੋਂ ਆਉਣਗੇ, ਕਿਉਂਕਿ ਜਿਹੜਾ ਕਾਂਗੜ ਦੇ ਵਿੱਚ ਮਹਾਰਾਜ ਵਾਲਾ ਜੰਗ ਹੋਇਆ ਸੀ, ਜੰਗ ਦੀ ਖਬਰਸਾਰ ਵੀ ਪਰਿਵਾਰ ਨੂੰ ਮਿਲੀ ਸੀ। ਇਸ ਕਰਕੇ ਹਰ ਵੇਲੇ ਇੰਤਜ਼ਾਰ ਵਿੱਚ ਸਨ ਕਿ ਕਦੋਂ ਗੁਰੂ ਸਾਹਿਬ ਜੀ ਆਉਣ। ਪਣਤਾ ਨੁਖਾਸ ਪੁੱਤਰ ਬਸ ਅਰ ਪੁੱਤਰ ਅਸ਼ੇਰੇ। ਗੁਰੂ ਸਾਹਿਬ ਜੀ ਦੇ ਮਹਿਲ ਇੱਥੇ ਨੇ, ਨੂੰਹਾਂ ਇੱਥੇ ਨੇ, ਪੁੱਤਰ ਇੱਥੇ ਨੇ, ਪੋਤਰੇ ਇੱਥੇ ਨੇ। ਇਸ ਵੇਲੇ ਤੱਕ ਗੁਰੂ ਸਾਹਿਬ ਜੀ ਦੇ ਕੋਲ 2 ਪੁੱਤਰੇ ਨੇ ਨਾ ਜੀ, ਧੀਰਮਲ ਜੀ ਅਤੇ ਸ਼੍ਰੀ ਹਰਿਰਾਏ ਸਾਹਿਬ ਜੀ।
कब कर है आकवण को इम चहत कनेरे। सारे चाਹੁੰਦੇ ਨੇ कि कदों गुरु साहब जी आउण, उन्हां दे आउण दी कदों खबर मिले। गुरु दूर पुर ते हुते धुंसा तुनकारे। सतगुरु जी हजे करतारपुर साहब तो दूर ही सन, क्योंकि अगे अगे नगारे वजदे हुंदे सन ते नगारियां दी आवाज़ बड़ी बड़ी दूर तक जाती है। नरन सुनी धुनी कान मह चित कीन विचारे। करतारपुर साहब के सिखां ने नगारियां की आवाज़ सुनी और सब नूं पता सी कि गुरु साहब जी हुण आ ही रहे ने। इस करके विचार कीते नगारे जिहड़े वज रहे ने गुरु साहब जी आउंदे होणे ने। निश्चय कर आगवण गुर बड़ आनंद राचे। और सिखां ने फिर चंगी तरह ध्यान नाल नगारे सुने और पक्का निश्चय कर लिया कि गुरु साहब जी ने। सिख बड़े आनंद दे विच ने। मनो मोर घन घोर ते कर शोर ओ बाचे। कहते गुरु के सिख करतारपुर साहब खबर सुन के इन्ने खुश सन कि जिवें मोर बदरां नूं वेख के खुश हो के नचदे ने। ये त्युत दौरत नर फिरै को काहे सुनावे। ਜਿਹੜੇ लोग ने सिख ने इधर उधर भजदे पे ने, एक दूजे नूं दसदे ने गुरु साहब जी आए। गुरु के महला तक ही खबर पहुँचाई गई। करत कुलाह ले आप मह सिर सतगुर आवे। आपस में सिख एक दूजे नूं भज भज के दसदे ने कि गुरु साहब जी आउंदे ने, जी आया कहना, अगों सत्कार करना है। सगरे पुर मैं सुध भए सब त्याग्यो काजा। बस थोड़ी देर विच सारे नगर दे विच खबर आ गई। सब नूं पता लग्या गुरु साहब जी आउंदे ने। जिन्हों जिन्हों पता लगदा है अपने काम काज उत्थे छड्ड के वो गुरु साहब के दर्शनों वास्ते अगों दी दौड़ के आउंदे ने। तत्पर एक गुर देख पे रहीयत निज राजा। क्योंकि सिख तत्पर रहिंदे सन कदों गुरु साहब जी आउण, कदों उन्हां दे दर्शन करिए। जिवें प्रजा राजे के इंतजार विच रहिंदी कदों राजा आवे, साडे पिंड दी, साडे नगर दी, शहर दी कोई खबर सार लवे। कहंदे इस तरह सिख इंतजार दे विच रहिंदे ने कदों गुरु साहब जी आउण, कदों उन्हां दे दर्शन करिए। श्री गुरदत्ता है चढ़ियो सूरज मल संगा। हुण बाबा गुरदित्ता जी अगों दी आउण लगे ने, घोड़े ते सवार होए ने। बाबा गुरदित्ता जी दे नाल एक घोड़े ते बाबा सूरजमल जी सवार हो गए। तेग बहादुर तुरत चाड़ मंगवाए तुरंगा। श्री तेग बहादुर साहब जी ने छेती नाल अपना घोड़ा मंगवाया, वो भी घोड़े ते सवार हो गए। अपर लोग बहुत चढ़ चले होए इनके साथा। होर कई सिख ने जिहड़े घोड़ियां ते सवार हो गए। बहुत सारे सिख ने जिहड़े पैदल अगों दी जाण वास्ते पिछे पिछे चल पे। ले प्रसाद मन भाव ते अवलोकन नाथा। क्योंकि भावें पिता के दर्शन करने ने पर पिता गुरु है ना। इस करके बाबा गुरदित्ता जी खाली हथ नहीं, कुछ प्रसाद लिया के सब तो पहले गुरु साहब नूं प्रसाद भेंट करना है, खाली हथ दर्शन नहीं करने। आए अगाओ गुर मिले पग पंकज बंदे। अगों दी आके पिता गुरु गुरु हरगोबिंद साहब जी नूं मिले। सब तो पहलों बाबा गुरदित्ता जी ने सतगुरु के चरणों के विच मत्था टेकिया। श्री हरगोबिंद चंद पिख आनंद बुलंदे। और वड्डे पुत्र नूं वेख के नाल सूरजमल जी है, तेग बहादुर साहब जी है, अणी राय जी भी ने। वेख के सतगुरु जी बड़े आनंद विच ने। कुशल प्रश्न कर सबन सो आगे पुन चाले। सतगुरु जी ने सारे तो राजी बाजी पूछी, पई आनंद विच हो, राजी बाजी हो। बहुते बचन विलास नहीं किते, राजी बाजी पूछी। गुरु साहब जी फिर अगे चल पे। निकसे पुरते बृंद नार गमने पग नाले। और नगर विच कोई भी ऐसा सिख नहीं सी जिहड़ा अपने घर दे विच उदों रहा होवे कि छोटा वड्डा बच्चे बीबियां बजुर्ग सारे घरों निकल के नगर तो बाहर आए ने गुरु साहब जी के दर्शन करने वास्ते। सो आगे आवत मिले दे भेट घेर। वो सारे अगों दी आके मिले। जथा जोग सब ने भेटावां भी अर्पण कीतियां,
ਚਰਨ ਸਰੋਜਨ ਪਰਸ ਤੇ ਤਰ ਮੋਦ ਕਨੇਰੇ। ਜਿਨ੍ਹਾਂ ਨੂੰ ਮੌਕਾ ਮਿਲਦਾ ਸੀ ਨੇੜੇ ਹੋਣ ਦਾ, ਉਹ ਸਤਿਗੁਰ ਦੇ ਚਰਨਾਂ ਨੂੰ ਸਪਰਸ਼ ਵੀ ਕਰਦੇ ਸਨ। ਅਤੇ ਜਿਨ੍ਹਾਂ ਨੂੰ, ਕਿਉਂਕਿ ਭੀੜ ਦੇ ਵਿੱਚ ਸਭ ਨੂੰ ਨਹੀਂ ਮੌਕਾ ਮਿਲਦਾ, ਜਿਹੜੇ ਨੇੜੇ ਨਹੀਂ ਹੋ ਸਕਦੇ, ਉਹ ਵੀ ਭੇਟਾ ਅਰਪਣ ਕਰਕੇ ਹੱਥ ਜੋੜ ਕੇ ਨਮਸਕਾਰ ਕਰਦੇ ਨੇ ਔਰ ਆਪਣੇ ਧੰਨ ਭਾਗ ਸਮਝਦੇ ਨੇ। ਸਭ ਸੋ ਸਤਿਗੁਰ ਬੋਲ ਕਰ ਪ੍ਰਿਯ ਬਾਕ ਬਸਾਲੇ। ਔਰ ਸਤਿਗੁਰ ਜੀ ਸਾਰਿਆਂ ਦੇ ਨਾਲ ਮਿੱਠੇ ਬਚਨ ਬਲਾਸ ਕਰਦੇ ਜਾਂਦੇ ਨੇ, ਸਭ ਨੂੰ ਰਾਜੀ ਬਾਜੀ ਪੁੱਛਦੇ ਜਾਂਦੇ ਨੇ। ਚੱਲੇ ਅਗਾਰੇ ਕੋ ਪ੍ਰਭੂ ਬੜ ਸ਼ੋਭਾ ਨਾਲੇ। ਗੁਰੂ ਸਾਹਿਬ ਜੀ ਹੌਲੀ ਹੌਲੀ ਅੱਗੇ ਨੂੰ ਚੱਲਦੇ ਗਏ ਕਿ ਜਿਨ੍ਹਾਂ ਦੀ ਸ਼ੋਭਾ ਆਪਣੇ ਆਪ ਦੇ ਵਿੱਚ ਹੀ ਬੜੀ ਹੈ। ਸੈਨਾ ਸਭ ਪਛਾਤ ਕਰ ਏਕਲ ਹੋਏ ਅੱਗੇ। ਸਤਿਗੁਰੂ ਜੀ ਨੇ ਸਾਰੀ ਸੈਨਾ ਪਿੱਛੇ ਕਰ ਦਿੱਤੀ, ਕਿਉਂਕਿ ਕਰਤਾਰਪੁਰ ਸਾਹਿਬ ਬਹੁਤ ਸਾਰੀਆਂ ਸੰਗਤਾਂ ਨੇ ਆਉਣਾ ਸੀ। ਇਸ ਕਰਕੇ ਸੈਨਾ ਨੂੰ ਪਿੱਛੇ ਰੋਕ ਦਿੱਤਾ, ਤੁਸੀਂ ਖੁੱਲ੍ਹੇ ਥਾਂ 'ਤੇ ਡੇਰੇ ਲਾਇਓ ਜਾਂ ਬਾਅਦ ਵਿੱਚ ਆਇਓ। ਸਤਿਗੁਰੂ ਜੀ ਇਕੱਲੇ ਆ ਰਹੇ ਨੇ। ਧਰ ਧਰ ਪਹੁੰਚੇ ਪ੍ਰੇਮ ਜੋ ਮਗ ਪੰਕਜ ਲਾਗੇ। ਪ੍ਰੇਮ ਦੇ ਵਿੱਚ ਆ ਕੇ ਸਿੱਖ ਭੇਟਾਵਾਂ ਅਰਪਣ ਕਰ ਕਰਕੇ ਗੁਰੂ ਸਾਹਿਬ ਦੇ ਚਰਨ ਸਪਰਸ਼ ਕਰਕੇ ਮੱਥਾ ਟੇਕ ਰਹੇ ਨੇ, ਆਪਣੇ ਧੰਨ ਭਾਗ ਸਮਝ ਰਹੇ ਨੇ। ਆਏ ਪ੍ਰਵੇਸੇ ਪੁਰੀਦਾਰ ਜਨ ਉਦਿਓ ਸੋ ਚੰਦੂ। ਸਤਿਗੁਰੂ ਜੀ ਕਰਤਾਰਪੁਰ ਸਾਹਿਬ ਦੇ ਵਿੱਚ ਪ੍ਰਵੇਸ਼ ਹੋਏ ਅਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਪ੍ਰਵੇਸ਼ ਹੋਵੇ ਕਿ ਜਿਵੇਂ ਹਨੇਰੀ ਰਾਤ ਦੇ ਵਿੱਚ ਚੰਦਰਮਾ ਚੜ੍ਹ ਜਾਂਦਾ ਹੈ। ਸਾਰੇ ਪਾਸੇ ਇਸ ਤਰ੍ਹਾਂ ਦਾ ਆਨੰਦ ਹੈ। ਨਿਜ ਦਰ ਦਰ ਦਾਰਾ ਕਰੇ ਲੈ ਮਾਨ ਬਿਲੰਦੂ। ਹਰ ਇੱਕ ਘਰ ਦੇ ਦਰਵਾਜ਼ੇ ਅੱਗੇ ਇੱਕ ਬੀਬੀ ਖੜੀ ਹੋਈ ਹੈ ਕਿ ਜਿਹਨੇ ਹੱਥ ਵਿੱਚ ਫੁੱਲਾਂ ਦੀ ਮਾਲਾ ਫੜੀ ਹੈ। ਗੁਰੂ ਸਾਹਿਬ ਜੀ ਆਉਣਗੇ, ਉਹਨਾਂ ਦਾ ਸਤਿਕਾਰ ਕਰਨਾ ਹੈ। ਪਹਿਰਾਵਤ ਗੁਰ ਕੇ ਗਰੇ ਗਨ ਪੁਸ਼ਮ ਵਸਾਵੈ। ਫੁੱਲਾਂ ਦੀਆਂ ਮਾਲਾ ਗੁਰੂ ਸਾਹਿਬ ਦੇ ਗਲ ਪਾਉਂਦੀਆਂ ਨੇ ਬੀਬੀਆਂ। ਬਹੁਤ ਸਾਰੇ ਫੁੱਲਾਂ ਦੇ ਸਿੱਖ ਜਿਹੜੇ ਨੇ ਵਰਸਾ ਕਰ ਰਹੇ ਨੇ। ਬਾਰ ਬਾਰ ਕਰ ਆਰਤੀ ਸਨਮੁਖ ਦਰਸਾਵੈ। ਬਾਰ ਬਾਰ ਗੁਰੂ ਸਾਹਿਬ ਜੀ ਦੀ ਆਰਤੀ ਬੀਬੀਆਂ ਕਰਦੀਆਂ ਨੇ, ਬਾਰ ਬਾਰ ਨਮਸਕਾਰ ਕਰਦੀਆਂ ਨੇ। ਬਲਿਹਾਰੇ ਹੋਏ ਪ੍ਰੇਮ ਸੋ ਗੁਰ ਮੂਰਤ ਹੈਰੈ। ਗੁਰੂ ਸਾਹਿਬ ਦੇ ਦਰਸ਼ਨ ਕਰਕੇ ਹਰ ਕੋਈ ਗੁਰੂ ਸਾਹਿਬ ਤੋਂ ਬਲਿਹਾਰ ਜਾ ਰਿਹਾ ਹੈ। ਬਲਿਹਾਰ ਦਾ ਅਖਰੀ ਅਰਥ ਵੀ ਆਪ ਜੀ ਜਾਣਦੇ ਹੋ, ਜਿਹੜਾ ਆਪਣਾ ਬਾਲੀਹਾਰ ਜੀ, ਕਿ ਸਤਿਗੁਰੂ ਜੀ ਤੁਹਾਡੇ ਸਾਹਮਣੇ ਸਾਡੀ ਆਪਣੀ ਕੋਈ ਤਾਕਤ ਨਹੀਂ, ਕਿਰਪਾ ਕਰੋ ਇਹ ਤਨ ਵੀ ਇਹ ਮਨ ਵੀ ਤੁਹਾਡਾ ਹੀ, ਤੁਹਾਡੇ ਤੋਂ ਬਲਿਹਾਰ ਕਰਦੇ ਆ। ਸੁਣੀ ਲਰਾਏ ਤੁਰਕ ਗਾਣ ਕਰ ਫਤਿਹ ਕਨੇਰੈ। ਕਿਉਂਕਿ ਸਭ ਨੇ ਸੁਣਿਆ ਸੀ ਗੁਰੂ ਸਾਹਿਬ ਜੀ ਦਾ ਜੰਗ ਬੜਾ ਤਕੜਾ ਹੋਇਆ ਹੈ। 35,000 ਫੌਜ ਨੂੰ ਮਾਰ ਮੁਕਾਇਆ। ਗੁਰੂ ਸਾਹਿਬ ਦੀ ਵੱਡੀ ਫਤਿਹ ਹੋਈ ਜੰਗ 'ਚ। ਸਾਦਰ ਸਬਣ ਬਿਲੋਕਤੇ ਬੋਲਤ ਕਹਿ ਸਾਥਾ। ਸਤਿਗੁਰੂ ਜੀ ਸਾਰਿਆਂ ਵੱਲੇ ਬੜੇ ਪਿਆਰ ਨਾਲ ਵੇਖਦੇ ਨੇ, ਕਿਸੇ ਕਿਸੇ ਨਾਲ ਬੜੇ ਪਿਆਰ ਦੇ ਨਾਲ ਮਿੱਠੇ ਬਚਨ ਬਲਾਸ ਕਰਦੇ ਨੇ। ਸਣੇ ਸਣੇ ਪੁਰ ਕੋ ਚਲਤ ਹਰਖਤ ਗੁਰਨਾਥਾ। ਸਤਿਗੁਰੂ ਜੀ ਜੋ ਹਰ ਵੇਲੇ ਪ੍ਰਸੰਨ ਰਹਿੰਦੇ ਨੇ, ਹੌਲੀ ਹੌਲੀ ਆਪਣੇ ਘਰ ਵਾਲੇ ਪਾਸੇ ਜਿੱਥੇ ਗੁਰੂ ਘਰ ਹੈ ਉਸ ਪਾਸੇ ਨੂੰ ਜਾ ਰਹੇ ਨੇ। ਦੇਤ ਮੋਦ ਕੋ ਪੁਰ ਜਨਨ ਬੁਝਤ ਸੁਖ ਸ਼ਾਂਤੀ। ਸਤਿਗੁਰੂ ਜੀ ਹੌਲੀ ਹੌਲੀ ਚੱਲਦੇ ਨੇ ਕਿ ਨਗਰ ਦੇ ਸਾਰੀਆਂ ਸਿੱਖ ਸੰਗਤਾਂ ਨੂੰ ਆਨੰਦ ਬਖਸ਼ਦੇ ਜਾਂਦੇ ਨੇ, ਸਭ ਨੂੰ ਰਾਜੀ ਬਾਜੀ ਪੁੱਛਦੇ ਹੋਏ ਜਾ ਰਹੇ ਨੇ। ਏਮ ਪ੍ਰਾਪਤ ਆਪਣੇ ਮਹਿਲ ਪਹੁੰਚੇ ਰਿਪ ਘਾਤੀ। ਕਹਿੰਦੇ ਇਸ ਤਰ੍ਹਾਂ ਹੌਲੀ ਹੌਲੀ ਚੱਲਦੇ ਗੁਰੂ ਸਾਹਿਬ ਜੀ ਆਪਣੇ ਮਹਿਲਾਂ ਦੇ ਵਿੱਚ ਪਹੁੰਚੇ ਨੇ। ਸ੍ਰੀ ਗ੍ਰੰਥ ਸਾਹਿਬ ਜਹਾਂ ਤਹ ਪੂਰਬ ਆਏ। ਹੁਣ ਦੇਖੋ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਜੇ ਗੁਰਤਾ ਗੱਦੀ ਨਹੀਂ ਸੀ ਮਿਲੀ, ਗ੍ਰੰਥ ਸਾਹਿਬ ਹੀ ਕਿਹਾ ਜਾਂਦਾ ਸੀ ਨਾ। ਸਤਿਗੁਰੂ ਜੀ ਘਰ ਵਿੱਚ ਆ ਕੇ ਪਹਿਲੋਂ ਆਪਣੇ ਕਮਰੇ ਦੇ ਵਿੱਚ ਨਹੀਂ ਗਏ, ਸਭ ਤੋਂ ਪਹਿਲੋਂ ਉਸ ਥਾਂ 'ਤੇ ਗਏ ਜਿੱਥੇ ਸ੍ਰੀ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ। ਧਰ ਪ੍ਰਸਾਦ ਦਰਸ਼ਨ ਕਰਿਓ ਨਿਜ ਸੀਸ ਨਿਵਾਏ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪ੍ਰਸ਼ਾਦ ਅੱਗੇ ਰੱਖ ਕੇ ਮੱਥਾ ਟੇਕਿਆ। ਸੁਣੇ ਸ਼ਬਦ ਤਬ ਪੰਚ ਤਹਿ ਥਿਰ ਕੇਤਕ ਕਾਲਾ। ਸ੍ਰੀ ਗ੍ਰੰਥ ਸਾਹਿਬ ਜੀ ਦੇ ਕੋਲ ਮੱਥਾ ਟੇਕ ਕੇ ਗੁਰੂ ਸਾਹਿਬ ਜੀ ਬੈਠ ਗਏ। ਰਵਾਬੀ ਸਿੱਖ ਫਿਰ ਆ ਕੇ ਕੀਰਤਨ ਕਰਦੇ ਨੇ। ਕਹਿੰਦੇ ਗੁਰੂ ਸਾਹਿਬ ਜੀ ਤਕਰੀਬਨ ਘੰਟਾ ਸਵਾ ਘੰਟਾ ਲੱਗਦਾ, 5 ਸ਼ਬਦ ਸੁਣੇ।
ਚੌਂਕੜਾ ਮਾਰ ਕੇ ਬੈਠੇ ਰਹੇ। ਰਵਾਬੀ ਸਿੱਖ ਜਿਹੜੇ ਨੇ ਉਹ ਕੀਰਤਨ ਕਰਦੇ ਗਏ। ਪੁਨ ਜਨ ਬੈਠੇ ਸਗਲ ਗਾਨ ਪਿੱਖ ਆਨੰਦ ਵਿਸਾਲਾ। ਫਿਰ ਗੁਰੂ ਸਾਹਿਬ ਜੀ ਦੇ ਵੇਖ ਕੇ ਸਾਰੇ ਜਿੱਥੇ ਜਿੱਥੇ ਥਾਂ ਮਿਲੀ ਸਾਰੇ ਬੈਠ ਗਏ। ਕੀਰਤਨ ਹੁੰਦਾ ਸੀ, ਬੜਾ ਆਨੰਦ ਬਣਿਆ ਸਾਰਿਆਂ ਦੇ ਵਿੱਚ। ਹਾਥ ਜੋਰ ਬੂਝਣ ਕਰੇ ਰਣ ਭਇਓ ਕਨੇਰਾ। ਜਦੋਂ 5 ਸ਼ਬਦ ਸੁਣੇ, ਕੀਰਤਨ ਦੀ ਸਮਾਪਤੀ ਕੀਤੀ ਗਈ। ਔਰ ਫਿਰ ਹੱਥ ਜੋੜ ਕੇ ਸਿੱਖਾਂ ਨੇ ਪੁੱਛਿਆ ਕਿ ਸਤਿਗੁਰੂ ਜੀ ਬੜਾ ਵੱਡਾ ਜੰਗ ਹੋਇਆ। ਰਹੇ ਸ਼ਰੇ ਤਨ ਆਪ ਕੇ ਪ੍ਰਭ ਜੀ ਤਿਸ ਬੇਰਾ। ਕਿਉਂਕਿ ਜੰਗ ਦੇ ਵਿੱਚ ਕਿਤੇ ਨਾ ਕਿਤੇ ਸੱਟ ਲੱਗ ਹੀ ਜਾਂਦੀ ਹੈ। ਸਿੱਖਾਂ ਨੇ ਪੁੱਛਿਆ ਸਤਿਗੁਰੂ ਜੀ ਆਪ ਜੀ ਦਾ ਸਰੀਰ ਤੇ ਠੀਕ ਠਾਕ ਹੈ ਨਾ? ਵੱਡੀ ਜੰਗ ਹੋਈ ਹੈ, ਸਰੀਰ ਰਾਜੀ ਬਾਜੀ ਹੈ, ਕੋਈ ਕਿਤੇ ਸੱਟ ਤੇ ਨਹੀਂ ਲੱਗੀ। ਬਿਦੇ ਚੰਦ ਤਬ ਸਭ ਕਹੇ ਜਿਮ ਤੁਰਕ ਖਪਾਏ। ਗੁਰੂ ਸਾਹਿਬ ਤੇ ਨਹੀਂ ਬੋਲੇ, ਪਰ ਉਸ ਤੋਂ ਪਹਿਲਾਂ ਭਾਈ ਬਿਧੀ ਚੰਦ ਬੋਲੇ। ਔਰ ਭਾਈ ਬਿਧੀ ਚੰਦ ਨੇ ਸਾਰੀ ਸ਼ੁਰੂ ਤੋਂ ਲੈ ਕੇ ਇਹ ਜੰਗ ਦੀ ਕਹਾਣੀ ਸਭ ਨੂੰ ਸੁਣਾਈ, ਜਿਵੇਂ 35,000 ਮਾਰ ਕੇ ਖਪਾਇਆ। ਸ਼ਬਲ ਪਾ ਸਭ ਅਣਗਿਣਤ ਹੀ ਰਿਪ ਚੜ ਕਰ ਧਾਏ। ਭਾਈ ਬਿਧੀ ਚੰਦ ਉੱਚੀ ਆਵਾਜ਼ ਵਿੱਚ ਸਾਰਿਆਂ ਨੂੰ ਸੁਣਾਉਂਦੇ ਨੇ, ਕਿਉਂਕਿ ਸਾਰੇ ਸੁਣਨਾ ਚਾਹੁੰਦੇ ਨੇ। ਕਹਿੰਦੇ 35,000 ਦਾ ਟਿੱਡੀ ਦਲ ਚੜ੍ਹ ਕੇ ਆਇਆ ਸੀ ਚੜ੍ਹਾਈ ਕਰਕੇ। ਸ੍ਰੀ ਨਾਨਕ ਕੀ ਕਿਰਪਾ ਤੇ ਜਾਣੇ ਕਿਛ ਨਾਹੀ। ਪਰ ਗੁਰੂ ਨਾਨਕ ਸਾਹਿਬ ਜੀ ਦੀ ਸਾਡੇ ਸਾਰਿਆਂ ਤੇ ਕਿਰਪਾ ਰਹੀ। 35,000 ਨੂੰ ਕਿਸੇ ਸਿੱਖ ਨੇ ਕੁਝ ਨਹੀਂ ਸਮਝਿਆ, ਕਿਉਂਕਿ ਇੱਕ ਪਾਸੇ 35,000 ਹੋਵੇ, ਦੂਜੇ ਪਾਸੇ 4,000 ਹੋਵੇ ਤੇ ਕਦੇ ਜੰਗ ਹੁੰਦੀ ਨਹੀਂ। ਜਾਂ ਤੇ ਹੱਥ ਖੜੇ ਕਰ ਜਾਣਗੇ ਜਾਂ ਭੱਜ ਜਾਣਗੇ। ਪਰ ਭਾਈ ਬਿਧੀ ਚੰਦ ਕਹਿੰਦੇ ਗੁਰੂ ਨਾਨਕ ਸਾਹਿਬ ਦੀ ਐਸੀ ਕਿਰਪਾ ਹੋਈ ਸਾਡੇ ਸਾਰੇ ਸਿੱਖਾਂ ਤੇ, ਗੁਰੂ ਸਾਹਿਬ ਜੀ ਦੀ, ਕਿ ਕਿਸੇ ਨੇ 35,000 ਨੂੰ ਕੱਖ ਨਹੀਂ ਸਮਝਿਆ। ਸੁਗਮ ਹਤੇ ਰਿਪ ਪ੍ਰਬਲ ਜੇ ਰਾਖੇ ਰਣ ਮਾਹੀ। ਗੁਰੂ ਸਾਹਿਬ ਨੇ ਇੰਨੀ ਕਿਰਪਾ ਕੀਤੀ ਕਿ ਏਡਾ ਵੱਡਾ ਟਿੱਡੀ ਦਲ ਸੀ, ਪਰ ਬੜੇ ਸੌਖੇ ਨਾਲ ਅਸੀਂ ਸਾਰੇ ਖਪਾ ਦਿੱਤੇ। ਬੜੀ ਸੌਖੀ ਸਾਡੀ ਜਿੱਤ ਹੋਈ, ਬਹੁਤਾ ਜ਼ੋਰ ਵੀ ਨਹੀਂ ਲੱਗਿਆ। ਫਤਿਹ ਗੁਰੂ ਕੇ ਵੱਡ ਭਏ ਜਗ ਮਹਿ ਬਿਦਤਾਈ। ਭਾਈ ਬਿਧੀ ਚੰਦ ਕਹਿੰਦੇ ਨੇ ਇਹ ਫਤਿਹ ਗੁਰੂ ਸਾਹਿਬ ਜੀ ਦੀ ਹੋਈ, ਔਰ ਸਾਰੇ ਸੰਸਾਰ ਦੇ ਵਿੱਚ ਪ੍ਰਗਟ ਹੋਈ ਜਿੱਡੀ ਵੱਡੀ ਫਤਿਹ ਹੋਈ। ਕੋ ਨਾ ਅਰੇ ਅਨ ਗਾਣ ਮਰੇ ਥਿਰੇ ਨਾ ਸਮਹਾਈ। ਭਾਈ ਬਿਧੀ ਚੰਦ ਜੀ ਕਹਿੰਦੇ ਨੇ ਸਿੱਖੋ ਗੁਰੂ ਸਾਹਿਬ ਜੀ ਦੇ ਅੱਗੇ ਕੋਈ ਨਹੀਂ ਟਿਕ ਸਕਦਾ। ਭਾਵੇਂ ਅਣਗਿਣਤ ਗਿਣਤੀ ਤੋਂ ਬਿਨਾਂ ਜਿੰਨੇ ਮਰਜ਼ੀ ਆ ਜਾਣ, ਅਣਗਿਣਤੀ ਆ ਜਾਣ, ਥਿਰੇ ਨਾ ਸਮਹਾਈ। ਜਿੰਨੀ ਮਰਜ਼ੀ ਭੀੜ ਇਕੱਠੀ ਹੋ ਕੇ ਆ ਜਾਏ, ਗੁਰੂ ਸਾਹਿਬ ਦੇ ਸਾਹਮਣੇ ਕਿੰਨੇ ਟਿਕਣਾ ਹੈ। ਭਾ ਆਚਰਜ ਸੁਣ ਸਭਨ ਕੇ ਕੰਪਿਓ ਤਬ ਸ਼ਾਹੂ। ਇਹ ਸੁਣ ਕੇ ਸਾਰੇ ਹੈਰਾਨ ਹੁੰਦੇ ਨੇ। ਤੇ ਭਾਈ ਬਿਧੀ ਚੰਦ ਕਹਿੰਦੇ ਨੇ ਹੈਰਾਨ ਨਾ ਹੋ ਸਿੱਖੋ, ਇਹ ਸਾਰਾ ਕੁਝ ਸੁਣ ਕੇ ਤੇ ਬਾਦਸ਼ਾਹ ਸ਼ਾਹਜਹਾਂ ਵੀ ਕੰਬ ਗਿਆ ਹੋਣਾ ਹੈ ਕਿ 35,000 ਤੇ 4,000 ਸਿੱਖਾਂ ਨੇ ਮਾਰ ਮੁਕਾਏ। ਮੇਰੋ ਤਖਤ ਨਾ ਛੀਨ ਲੈ ਤਰਾਸਿਓ ਮਨ ਮਾਹੂ। ਭਾਈ ਬਿਧੀ ਚੰਦ ਕਹਿੰਦੇ ਬਾਦਸ਼ਾਹ ਤੇ ਪੂਰੀ ਤਰ੍ਹਾਂ ਕੰਬ ਗਿਆ ਹੋਣਾ। ਗੁਰੂ ਸਾਹਿਬ ਨੇ ਸਰਕਾਰ ਹਿਲਾ ਕੇ ਰੱਖ ਦਿੱਤੀ। ਉਹ ਤਾਂ ਪੂਰੀ ਤਰ੍ਹਾਂ ਡਰ ਗਿਆ ਹੋਣਾ ਕਿ ਤੇ ਮੇਰਾ ਤਖਤ ਵੀ ਆ ਕੇ ਨਾ ਖੋਹ ਲੈਣਾ। ਕਾਬਲ ਬਲਖ ਬੁਖਾਰ ਲੋ ਵੱਡ ਧਾਕ ਉਠਾਈ। ਇਹ ਕੇਵਲ ਜੰਗ ਮਹਾਰਾਜ ਦੀ ਨਹੀਂ ਸੀ। ਕਹਿੰਦੇ ਇਸ ਜੰਗ ਨੇ ਕਾਬਲ ਬਲਖ ਬੁਖਾਰੇ ਤੱਕ ਪੂਰੀ ਧਾਕ ਮਚਾਈ ਹੈ ਜੀ। ਪਾਤਸ਼ਾਹਤ ਗਰਦਸ਼ ਕਰੀ ਗੁਰ ਧੂਮ ਮਚਾਈ। ਸਾਰੇ ਕਹਿੰਦੇ ਨੇ ਕਿ ਬਾਦਸ਼ਾਹ ਨੂੰ ਹਿਲਾ ਕੇ ਰੱਖ ਦਿੱਤਾ ਗੁਰੂ ਸਾਹਿਬ ਜੀ ਨੇ। ਇੰਨੀ ਧੂਮ ਮਚਾਈ ਇਸ ਜੰਗ ਦੇ ਵਿੱਚ। ਜਹ ਕਹਿ ਕੇ ਸੂਬੇ ਡਰੇ ਗੁਰ ਨਹਿਨ ਤੇ ਇਤੇ ਆਵੇ। ਭਾਈ ਬਿਧੀ ਚੰਦ ਨਾਲੇ ਸੁਣਾਉਂਦੇ ਨੇ, ਨਾਲੇ ਬੇਰਸ ਦੇ ਵਿੱਚ ਹੁੰਦੇ ਜਾਂਦੇ ਨੂੰ ਹੋਰ ਆਵਾਜ਼ ਉੱਚੀ ਹੁੰਦੀ ਹੈ। ਕਹਿੰਦੇ ਗੁਰੂ ਕੇ ਸਿੱਖੋ ਹੁਣ ਤੇ ਜਿਹੜੇ ਸੂਬੇਦਾਰ ਨੇ ਨਾ ਉਹ ਵੀ ਥਰ ਥਰ ਕੰਬਦੇ ਨੇ। ਸਾਰੇ ਹੱਥ ਜੋੜਦੇ ਨੇ ਕਿ ਗੁਰੂ ਸਾਹਿਬ ਜੀ ਕਿਤੇ ਇੱਧਰ ਨਾ ਆ ਜਾਣ, ਸਾਡੇ ਤੇ ਚੜ੍ਹਾਈ ਕਰਕੇ ਸਾਡੇ ਸੂਬੇ ਨੂੰ ਨਾ ਖੋਹ ਲੈਣ। ਪੂਰੇ ਗੁਰੂ ਸਾਹਿਬ ਦਾ ਸਿਧਾਂਤ ਨੇ, ਗੁਰੂ ਸਾਹਿਬ ਜੀ ਨੇ ਕਦੇ ਵੀ ਚੜ੍ਹਾਈ ਨਹੀਂ ਕੀਤੀ। 4 ਜੰਗਾਂ ਛੇਵੇਂ ਪਾਤਸ਼ਾਹ ਜੀ ਨੇ ਲੜੀਆਂ, ਪਰ ਇਹ ਜੰਗਾਂ ਨਹੀਂ ਸਨ, ਸਿਰਫ ਉਹਨਾਂ ਦਾ ਜਵਾਬ ਦਿੱਤਾ ਸੀ।
14 जंगां गुरु कलगीधर पातशाह जी ने लड़ियाँ, पर एक भी जंग कोई ऐसी नहीं सी जिसे गुरु साहब जी आप चढ़ाई करके गए होण। पर जिहड़े सूबेदार ने उन्होंने अंदर एक डर बैठ गया सी किते गुरु साहब जी इधर ना जाना, चढ़ाई करके आउण सानू मार के साडा सूबा खो लेना। दबके चारों चक मह नह को गरबावै, भाई बिधि चंद कहते ये काबल ते बलख बुखारे की गल तो की। चारे चक गुरु साहब जी तो हुण डरते ने, जिहड़े इवें दे दुष्ट लोग ने खास करके वो डरते ने। ये जिहड़े पाप का राज करते हैं वो डरते ने गुरु साहब जी इधर ना जाना। निज निज सावधानी करे को चहत पलाई, सारे आपो अपने राजा अपने अपने सूबे दे विच तकड़ाई करन लग गए ने। कोई तो यह चाहता असीं भज के किते दूर चले जाइए, क्योंकि गुरु साहब के नेड़े रवांगे तो इत्थे असीं धक्का नहीं कर सकते। गुरु साहब ने किसी नाल जुल्म नहीं होण देना, तो जुल्म तो बिना फिर रुपये नहीं इकट्ठे होंदे। देखो ढंग तरीके बदलिया है ना, पहलों तलवार के जोर नाल खोंदे सन, हुण कानून के जोर नाल खोह लैंदे ने। खुंदे तो है ही ना, उदों भी खुंदे सन, अज भी खुंदे। इत्यादक सब वारता सुन मोद उपाई, इत्यादक सारी जंग की खबर सार सुन के गुरु साहब के जस नूं सुन के सारे दे अंदर बड़ी खुशी है, सारे बड़े आनंद विच ने। पुर जन सुनकर बचकन भणियो, इन समन है दूजा। करतारपुर साहब के निवासियों ने सिख संगतां ने सुन के सब ने इक्को गल कही कि इन्हां वर्गा दूजा पूरे संसार विच की तिन्हां लोकां विच कोई नहीं। गुरु साहब जी वर्गा दूजा कोई हो सकता ही नहीं। जिनके देव अदेव मिल ठानत पग पूजा, क्योंकि गुरु साहब तो इन्ने समर्थ ने जिन्हां दी पूजा देवते भी करते हैं तो दैंत भी करते हैं, जिन्हां दे चरणों च हर कोई झुकदा है। बंतनी है यह सबन के गुरु नानक गादी, क्योंकि गुरु नानक साहब जी की गुरता गद्दी जिहड़ी है ही ऐसी कि सब दे पूजनीक ने, सब दे बंदनियां ने। सगल जगत जिन को निमे हारे सब बादे, कि एक गुरता गद्दी है ही ऐसी कि सारा संसार जिन्ना अगे झुकदा है। तो इवें जिहड़े बादी हुंदे ने, झगड़ालू हुंदे ने, वो फिर हारदे हुंदे ने। केतक घटका दिन रहियो तब उठे कृपाला, इस तरह बचन विलास करदे कुछ कु घड़ियां दिन बाकी रह गया, उदों गुरु साहब जी फिर उठों उठे ने। पुरजन करे विसर्जना प्रिय भाक विसाला, सतगुरु जी ने नगर निवासियों को फिर उतों विद्या किया, क्योंकि दीवान विच उठ गए। सिख संगतां नमस्कार करके अपने घरों में चलिया गईयां। सुंदर मंदर अंदर गुरु जाए प्रवेशे, पहलों सिख संगतां नाल बचन विलास किए। देखो गुरु साहब जी सब तो पहलों गुरु ग्रंथ साहब के कोल गए, फिर दीवान लग्या, संगतां नाल बचन विलास होए। उस तो बाद गुरु साहब जी फिर अपने घर दे विच गए। मरवाहे यार नानके और आनंद विशेषे, गुरु साहब जी के महल ते साडे माता माता मरवाही जी, माता नानकी जी बड़े आनंद विच ने, क्योंकि सब तो वड्डे माता दमोदरी जी सन, वो अकाल चलना कर गए ने। हुण दो महल ने, माता मरवाही जी ते माता नानकी जी, वो बड़े आनंद विच ने। पग पंकज गुर के लगे मूर्त प्रिय हेरी, कला पति नहीं पति गुरु जान के सतगुरु के चरणों च नमस्कार कीतियां। लैकर श्री हर राय को आई तब चेरी, एक दासी श्री हर राय साहब जी को गोद में चुक्या हुआ है। बाबा गुरदित्ता जी के सपुत्र ने ना जी, छोटे सपुत्र ने श्री हर राय साहब जी, उन्होंने गोद में चुक्या हुआ तो दासी लैके आई है। धीर मल के सहत ही गुर चरनी लाए, नाल धीर मल वो दौड़दा भजदा है, वड्डा होया है। धीर मल भी नाल नाल आया। दासी ने गुरु साहब के चरणों के विच नमस्कार कीते, श्री हर राय साहब तो नमस्कार कराई, धीर मल ने नमस्कार की।
ਨੁਖਾ ਦੋਨੋਂ ਵਾਏ ਕਾਰ ਨਿਜ ਸੀਸ ਨਵਾਏ। ਗੁਰੂ ਸਾਹਿਬ ਦੀਆਂ ਦੋਵੇਂ ਨਹੁੰਆਂ ਆਈਆਂ, ਬਾਬਾ ਗੁਰਦਿੱਤਾ ਜੀ ਦੇ ਘਰ ਵਾਲੀ ਤੇ ਸੂਰਜਮਲ ਦੇ ਘਰ ਵਾਲੀ। ਆ ਕੇ ਉਹਨਾਂ ਨੇ ਵੀ ਮੱਥਾ ਟੇਕਿਆ। ਕਰ ਕਰ ਸਗਰੇ ਬੰਦਨਾ ਪਹੁੰਚੇ ਨਿਜ ਥਾਨੇ। ਨਮਸਕਾਰ ਕਰਕੇ ਜਿਹੜੀਆਂ ਨਹੁੰਆਂ ਨੇ ਉਹ ਆਪੋ ਆਪਣੇ ਥਾਂ ਤੇ ਟਿਕਾਣੇ 'ਤੇ ਚਲੀਆਂ ਗਈਆਂ। ਬਰ ਪ੍ਰਿਅੰਕ ਪਾਰ ਗੁਰੂ ਥਿਰੇ ਸ਼ੁਭ ਬਾਕ ਬਖਾਨੇ। ਹੁਣ ਸਤਿਗੁਰੂ ਜੀ ਵਾਸਤੇ ਘਰ ਦੇ ਵਿੱਚ ਵੱਡਾ ਪਲੰਗ ਡਾਇਆ ਹੋਇਆ ਸੀ, ਕਿਉਂਕਿ ਆਪ ਜੀ ਜਾਣਦੇ ਹੋ ਪੁਰਾਣੇ ਮੰਜੇ ਕਿੱਡੇ ਕਿੱਡੇ ਵੱਡੇ ਹੁੰਦੇ ਸਨ ਆਮ ਹੀ। ਔਰ ਫਿਰ ਗੁਰੂ ਸਾਹਿਬ ਜੀ ਦਾ ਕੱਦ ਹੀ ਲੰਬਾ ਬੜਾ ਸੀ, 7 7.5 ਫੁੱਟ ਕਿਹਾ ਜਾਂਦਾ, ਅਤੇ ਵਿਸ਼ੇਸ਼ ਤੌਰ 'ਤੇ ਮੰਜਾ ਬਣਦਾ ਸੀ। ਵੱਡੇ ਪਲੰਗ ਦੇ ਉੱਤੇ ਸਤਿਗੁਰੂ ਜੀ ਬਿਰਾਜਮਾਨ ਹੋਏ ਨੇ। ਲਏ ਗੋਦ ਹਰ ਰਾਏ ਕੋ ਦੈ ਮੋਦ ਦੁਲਾਰੈ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹਰ ਰਾਏ ਸਾਹਿਬ ਨੂੰ ਗੋਦ ਵਿੱਚ ਬਿਠਾਇਆ। ਬੜੇ ਪਿਆਰ ਦੇ ਨਾਲ ਸੀਸ ਦੇ ਉੱਤੇ ਹੱਥ ਫੇਰਦੇ ਨੇ। ਧੀਰ ਮੈਲ ਬੈਠਿਓ ਨਿਕਟ ਤਿਸਿਓਰ ਨਿਹਾਰੈ। ਧੀਰ ਮੱਲ ਜਿਹੜਾ ਉਹ ਨੇੜੇ ਬੈਠਾ ਹੋਇਆ ਹੈ। ਸ਼੍ਰੀ ਹਰ ਰਾਏ ਸਾਹਿਬ ਨੂੰ ਗੋਦ 'ਚ ਬਿਠਾਇਆ, ਧੀਰ ਮੱਲ ਨੇੜੇ ਸਾਹਮਣੇ ਬੈਠਾ ਹੋਇਆ, ਉਹ ਵੀ ਵੇਖ ਰਿਹਾ। ਸ੍ਰੀ ਗੁਰਦਿੱਤਾ ਟਿਕ ਥਰਿਓ ਕਰ ਲੋਚਣ ਨੀਚੇ। ਬਾਬਾ ਗੁਰਦਿੱਤਾ ਜੀ ਸਾਹਮਣੇ ਬੈਠੇ ਨੇ, ਪਰ ਬਾਬਾ ਗੁਰਦਿੱਤਾ ਜੀ ਸਤਿਗੁਰੂ ਜੀ ਦਾ ਸਤਿਕਾਰ ਇੰਨਾ ਕਰਦੇ ਸਨ ਕਿ ਗੁਰੂ ਸਾਹਿਬ ਦੇ ਸਾਹਮਣੇ ਜਦੋਂ ਵੀ ਬੈਠਦੇ ਸਨ ਅੱਖਾਂ ਨੀਵੀਆਂ ਕਰ ਲੈਂਦੇ ਸਨ। ਅੱਖਾਂ ਨੀਵੀਆਂ ਕਰਕੇ ਬਾਬਾ ਗੁਰਦਿੱਤਾ ਜੀ ਬੈਠੇ ਹੋਏ ਨੇ। ਸੂਰਜ ਮਲ ਦਿਸ ਦੇਖ ਗੁਰ ਅੰਮ੍ਰਿਤ ਜਨ ਸਿੱਚੇ। ਸਤਿਗੁਰੂ ਜੀ ਬੜੇ ਪਿਆਰ ਦੇ ਨਾਲ ਆਪਣੇ ਸਾਹਿਬਜ਼ਾਦੇ ਸੂਰਜਮਲ ਵੱਲ ਵੀ ਵੇਖਦੇ ਨੇ। ਤੇਗ ਬਹਾਦਰ ਦਹਿਣ ਦਿਸ ਇੱਕ ਰਸ ਬ੍ਰਿਤ ਜਾਹੀ। ਅਤੇ ਸਤਿਗੁਰੂ ਜੀ ਨੇ ਆਪਣੇ ਸਭ ਤੋਂ ਛੋਟੇ ਸਾਹਿਬਜ਼ਾਦੇ ਅਤੇ ਸਾਡੇ ਸਤਿਗੁਰੂ ਸ੍ਰੀ ਤੇਗ ਬਹਾਦਰ ਸਾਹਿਬ ਜੀ ਨੂੰ ਸੱਜੇ ਪਾਸੇ ਬਿਠਾਇਆ ਹੋਇਆ ਹੈ ਕਿ ਜਿਨ੍ਹਾਂ ਦੇ ਬਿਰਤੀ ਹਰ ਵੇਲੇ ਇੱਕ ਰਸ ਰਹਿੰਦੀ ਹੈ। ਹੁਣ ਦੇਖੋ, ਧਿਆਨ ਦਿਓ ਜੇ, ਸ੍ਰੀ ਹਰ ਰਾਏ ਸਾਹਿਬ ਨੂੰ ਖੱਬੇ ਪਾਸੇ ਗੋਦ 'ਚ ਬਿਠਾਇਆ ਹੈ, ਗੁਰੂ ਤੇਗ ਬਹਾਦਰ ਸਾਹਿਬ ਨੂੰ ਸੱਜੇ ਪਾਸੇ ਬਿਲਕੁਲ ਨਾਲ ਬਿਠਾਇਆ ਹੈ। ਬਾਕੀ ਸਾਹਿਬਜ਼ਾਦੇ ਸਾਰੇ ਬੈਠੇ ਹੋਏ ਨੇ। ਔਰ ਜਿਹੜੇ ਸਮਝਣ ਵਾਲੇ ਨੂੰ ਸਮਝ ਜਾਂਦੇ ਨੇ ਕਿ ਜਿਨ੍ਹਾਂ ਨੂੰ ਸੱਜੇ ਬਿਠਾਇਆ, ਗੋਦ ਵਿੱਚ ਬਿਠਾਇਆ, ਸਭ ਤੋਂ ਪਹਿਲਾਂ ਜੋਤ ਇਹਨਾਂ ਵਿੱਚ ਜਗਣੀ ਹੈ। ਔਰ ਇਹ ਸਾਰਾ ਕੁਛ ਅਚਾਨਕ ਨਹੀਂ ਹੁੰਦਾ। ਗੁਰੂ ਸਾਹਿਬ ਦੀ ਬਿਉਤਬੰਦੀ ਇਸੇ ਤਰ੍ਹਾਂ ਦੀ ਸੀ ਕਿ ਪਹਿਲੀਆਂ 5 ਪਾਤਸ਼ਾਹੀਆਂ ਤੱਕ ਇਹਨਾਂ ਜ਼ਾਲਮਾਂ ਨੂੰ ਦਲੀਲਾਂ ਦੇ ਕੇ ਨਿਮਰਤਾ ਅਤੇ ਪਿਆਰ ਦੇ ਨਾਲ ਸਮਝਾਇਆ। ਨਹੀਂ ਸਮਝੇ ਤਾਂ ਫਿਰ ਕਿਰਪਾਨ ਦੇ ਜ਼ੋਰ ਨਾਲ ਵੀ ਸਮਝਾਵਾਂਗੇ, ਅੱਗੋਂ ਫਿਰ ਪਿਆਰ ਨਾਲ ਸਮਝਾਉਣਾ ਹੈ। ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵਰਗਾ ਪਿਆਰ ਅਤੇ ਤਿਆਗ ਹੋਰ ਕਿਸੇ ਵਿੱਚ ਵੀ ਨਹੀਂ। ਇਹ ਸਤਿਗੁਰੂ ਜੀ ਦੇ ਸਾਰੇ ਬਿਉਤਬੰਦੀ ਸੀ ਕਿ ਜਿਨ੍ਹਾਂ ਦੇ ਅੰਦਰ ਜੋਤ ਜਗਣੀ ਹੈ, ਇੱਕ ਨੂੰ ਗੋਦ 'ਚ ਬਿਠਾਇਆ ਹੈ। ਔਰ ਦੇਖੋ, ਇੱਕੋ ਮੰਜੇ ਦੇ ਉੱਤੇ, ਪਲੰਗ ਦੇ ਉੱਤੇ ਇਸ ਵੇਲੇ 3 ਗੁਰੂ ਸਾਹਿਬਾਨ ਬੈਠੇ ਹੋਏ ਨੇ, ਭਾਵੇਂ ਗੁਰਤਾ ਗੱਦੀ ਹਜੇ ਮਿਲਣੀ ਬਾਅਦ ਵਿੱਚ। ਤੇਗ ਬਹਾਦਰ ਦਹਿਣ ਦਿਸ ਇੱਕ ਰਸ ਬ੍ਰਿਤ ਜਾਹੀ। ਸਨਮਾਨਤ ਸਿਰ ਹਾਥ ਧਾਰੇ ਬਾਨੀ ਬ੍ਰਿਤ ਪ੍ਰਾਹੀ। ਸ੍ਰੀ ਤੇਗ ਬਹਾਦਰ ਸਾਹਿਬ ਜੀ ਦੇ ਸਿਰ 'ਤੇ ਵੀ ਹੱਥ ਗੁਰੂ ਸਾਹਿਬ ਜੀ ਰੱਖਦੇ ਨੇ ਔਰ ਬੜੇ ਮਿੱਠੇ ਮਿੱਠੇ ਬਚਨ ਕਰਦੇ ਨੇ। ਅਣੀ ਰਾਏ ਸਨਮੁਖ ਥਰਿਓ ਪਿਤ ਰੂਪ ਦਿਖਣ। ਤੇ ਅਣੀ ਰਾਏ ਵੀ ਬੈਠੇ ਨੇ ਸਾਹਮਣੇ, ਪਰ ਉਹ ਸਾਹਮਣੇ ਬੈਠੇ ਹੋਏ ਨੇ, ਨੇੜੇ ਬੈਠੇ ਨੇ, ਸਾਹਮਣੇ ਬੈਠੇ ਨੇ, ਗੁਰੂ ਪਿਤਾ ਦੇ ਦਰਸ਼ਨ ਕਰ ਰਹੇ ਨੇ। ਕਿਰਪਾ ਦ੍ਰਿਸ਼ਟ ਪਰਿਵਾਰ ਪਾਰ ਸ੍ਰੀ ਗੁਰੂ ਕਰਨ ਤੇ। ਸਤਿਗੁਰੂ ਜੀ ਨੇ ਆਪਣੇ ਸਾਰੇ ਪਰਿਵਾਰ 'ਤੇ ਕਿਰਪਾ ਦੀ ਦ੍ਰਿਸ਼ਟੀ ਕੀਤੀ। ਦਾਸ ਰੁਦਾਸੇ ਸਭਨ ਹੇਠਾਂ ਡੇ ਦਰ ਜੋਰੇ। ਜਿਹੜੇ ਘਰ ਦੇ ਵਿੱਚ ਵਿਸ਼ੇਸ਼ ਤੌਰ 'ਤੇ ਰੱਖੇ ਹੁੰਦੇ ਸਨ ਦਾਸ ਦਾਸੀਆਂ, ਉਹ ਵੀ ਸਾਰੇ ਪਰਿਵਾਰ ਦੇ ਪਿਛਲੇ ਪਾਸੇ ਹੱਥ ਜੋੜ ਕੇ ਖੜੇ ਹੋਏ ਨੇ। ਦੇਖ ਆਨੰਦਤ ਉਰ ਕਰੇ ਰਸ ਪ੍ਰੇਮ ਸੋ ਬੌਰੇ। ਰਸ ਨਾਲ ਭਿੱਜੇ ਹੋਏ ਸਾਰੇ ਗੁਰੂ ਸਾਹਿਬ ਦੇ ਦਰਸ਼ਨ ਕਰ ਰਹੇ ਨੇ। ਪਰਿਵਾਰ ਤੇ ਦਵੈ ਕਰੇ ਬਤਾਈ। ਸਤਿਗੁਰੂ ਜੀ ਨੇ ਇਸ ਤਰ੍ਹਾਂ ਪਰਿਵਾਰ ਦੇ ਵਿੱਚ ਬੈਠ ਕੇ ਤਕਰੀਬਨ 2 ਘੜੀਆਂ ਸਮਾਂ ਬਤੀਤ ਕੀਤਾ। ਸ੍ਰੀ ਗੁਰ ਦਿੱਤੇ ਦਿਸ ਪਿਖਿਓ ਮ੍ਰਿਤ ਗਿਰਾ ਸੁਣਾਈ। ਫਿਰ ਸਤਿਗੁਰੂ ਜੀ ਨੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਵੱਲ ਵੇਖਿਆ ਔਰ ਬਚਨ ਕੀਤੇ।
ਬ੍ਰਿੰਦ ਮਸੰਦ ਬੁਲਾਏ ਟਿੱਗ ਬਾਹਰ ਥਿਰ ਹੂਜੈ। ਸਤਿਗੁਰੂ ਕਹਿੰਦੇ ਨੇ ਗੁਰਦਿੱਤਾ ਜੀ ਆਪਣੇ ਨਾਲ ਮਸੰਦਾਂ ਨੂੰ ਮਿਲਾ ਲਓ, ਬਾਹਰ ਮਸੰਦ ਬਥੇਰੇ ਨੇ, ਉਹਨਾਂ ਨੂੰ ਨਾਲ ਲੈ ਲਓ। ਤੇ ਕਰਨਾ ਕੀ ਹੈ? ਤ੍ਰਿਣ ਦਾਣਾ ਖਾਣਾ ਭਲੇ ਜਿਮ ਸਭ ਕੋ ਪੁੱਜੈ। ਮਸੰਦਾਂ ਨੂੰ ਨਾਲ ਲਵੋ, ਗੁਰੂ ਕੇ ਸਿੱਖਾਂ ਨੂੰ ਨਾਲ ਲਵੋ। ਦਾਣਾ ਘਾਹ ਅਤੇ ਜਿਹੜੀਆਂ ਫੌਜਾਂ ਆਈਆਂ ਨੇ ਉਹਨਾਂ ਦੀ ਰਸਤ ਬਸਤ ਦਾ ਪੂਰੀ ਤਰ੍ਹਾਂ ਜਿਹੜਾ ਇੰਤਜ਼ਾਮ ਕਰਨਾ ਹੈ। ਕਰੋ ਦਿਵਾਵਣ ਧੀਰ ਸੋ ਨਰ ਖਰੇ ਕਰੀਜੈ। ਅਤੇ ਬੜੇ ਧੀਰਜ ਨਾਲ, ਕਿਉਂਕਿ ਕਾਹਲੀ ਨਾਲ ਕੀਤਾ ਹੋਇਆ ਕੰਮ ਇਹ ਨਾ ਹੋਵੇ ਕਿਸੇ ਨੂੰ ਮਿਲ ਗਿਆ ਕਿਸੇ ਨੂੰ ਨਹੀਂ ਮਿਲਿਆ। ਸਾਰੇ ਘੋੜਿਆਂ ਤੱਕ ਵੀ ਪਹੁੰਚੇ, ਸਾਰੇ ਸੈਨਿਕਾਂ ਨੂੰ ਵੀ ਜੋ ਕੁਛ ਚਾਹੀਦਾ ਉਹ ਵੀ ਪਹੁੰਚੇ। ਬੜੇ ਧੀਰਜ ਨਾਲ ਕੋਲ ਖਲੋ ਕੇ ਸਭ ਨੂੰ ਦਵਾਓ। ਜਥਾ ਜੋਗ ਸਭ ਸੈਨ ਕੇ ਨੇਕੇ ਸੁਧ ਲੀਜੈ। ਸਾਰੇ ਸੈਨਾ ਦੀ ਚੰਗੀ ਤਰ੍ਹਾਂ ਖਬਰਸਾਰ ਲੈਣੀ ਹੈ। ਸੂਰਜ ਮਲ ਅਨੇਰਾਏ ਤਬ ਉੱਠ ਬਾਹਰ ਆਏ। ਉਦੋਂ ਫਿਰ ਬਾਬਾ ਸੂਰਜ ਮਲ ਜੀ ਅਨੇਰਾਏ ਜੀ ਉਹ ਵੀ ਉੱਠ ਕੇ ਬਾਹਰ ਨੂੰ ਆ ਗਏ। ਧੀਰ ਮਲ ਹਰ ਰਾਏ ਜੀ ਤਿੰਨ ਸੰਗ ਸਿਧਾਏ। ਸੂਰਜ ਮਲ ਅਤੇ ਅਨੇਰਾਏ ਦੇ ਨਾਲ ਹੀ ਧੀਰ ਮਲ ਵੀ ਚਲੇ ਗਏ। ਹਰ ਰਾਏ ਸਾਹਿਬ ਜੀ ਵੀ ਉਹਨਾਂ ਦੇ ਨਾਲ ਹੀ ਬਾਹਰ ਚਲੇ ਗਏ। ਤੇਗ ਬਹਾਦਰ ਪੁਨ ਉੱਠੇ ਸਭ ਮਿਲ ਕੇ ਸੰਗਾ। ਫਿਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉੱਠੇ, ਉਹਨਾਂ ਨੇ ਉੱਠ ਕੇ ਨਮਸਕਾਰ ਕੀਤੀ। ਭਿਖਿਓ ਜਾਨ ਭਾਈ ਭਲੇ ਵੱਡ ਬੇਗ ਤੁਰੰਗਾ। ਹੁਣ ਜਦੋਂ ਕਹਿੰਦੇ ਸ੍ਰੀ ਤੇਗ ਬਹਾਦਰ ਸਾਹਿਬ ਜੀ ਬਾਹਰ ਆਏ ਅਤੇ ਬਾਹਰ ਆ ਕੇ ਦੇਖਿਆ ਜਾਨ ਭਾਈ ਘੋੜਾ ਬੜਾ ਸੋਹਣਾ ਸੀ। ਸੁੰਦਰ ਹੇਰ ਪ੍ਰਮੋਦ ਤੇ ਕਰ ਫੇਰ ਤੇ ਅੰਗਾ। ਸ੍ਰੀ ਤੇਗ ਬਹਾਦਰ ਸਾਹਿਬ ਜੀ ਘੋੜੇ ਨੂੰ ਵੇਖ ਕੇ ਬੜੇ ਖੁਸ਼ ਹੋਏ, ਸੋਹਣਾ ਹੀ ਬੜਾ ਸੀ। ਜਾਣ ਪਾਈ ਘੋੜੇ ਦੇ ਉੱਤੇ ਹੱਥ ਫੇਰਦੇ ਨੇ। ਮਨੋ ਚਿੱਤਰੇ ਲਿਖ ਕਰੇ ਮੂਰਤ ਸਰਬੰਗਾ। ਘੋੜਾ ਇੰਨਾ ਸੋਹਣਾ ਸੀ, ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਕਿਸੇ ਬੜੇ ਕਾਰੀਗਰ ਚਿੱਤਰਕਾਰ ਨੇ ਇਹ ਕੋਈ ਚਿੱਤਰ ਤਸਵੀਰ ਘੜੀ ਹੋਵੇ। ਇਮ ਉਤਸਵ ਪੁਰ ਮਹਿਮਾ ਪਰਿਵਾਰ ਮਝਾਰਾ। ਇਸ ਤਰ੍ਹਾਂ ਪੂਰੇ ਸ੍ਰੀ ਕਰਤਾਰਪੁਰ ਸਾਹਿਬ ਪਰਿਵਾਰ ਦੇ ਵਿੱਚ ਇੱਕ ਪੂਰਾ ਉਤਸਵ ਹੋਇਆ, ਖੁਸ਼ੀਆਂ ਮਨਾਈਆਂ ਗਈਆਂ। ਦੀਪ ਮਾਲਕਾ ਬਹੁ ਕਰੇ ਘਰ ਗਰੀਬ ਬਾਜ਼ਾਰਾ। ਘਰਾਂ ਦੇ ਵਿੱਚ, ਗਲੀਆਂ ਦੇ ਵਿੱਚ, ਬਾਜ਼ਾਰਾਂ ਦੇ ਵਿੱਚ ਸਿੱਖਾਂ ਨੇ ਦੀਪਮਾਲਾ ਕੀਤੀ। ਅਤ ਆਨੰਦ ਸਭ ਮੈਂ ਭਇਓ ਜਿਮ ਰਾਵਣ ਮਾਰਾ। ਕਹਿੰਦੇ ਸਾਰਿਆਂ ਦੇ ਵਿੱਚ ਇੰਨੀ ਕੁ ਖੁਸ਼ੀ ਸੀ ਜਿਵੇਂ ਰਾਵਣ ਨੂੰ ਮਾਰਿਆ ਹੋਏ। ਉਰੇ ਰਾਵਣ ਨਾਲੋਂ ਘੱਟ ਥੋੜ੍ਹੀ ਸਨ। ਕਿਸੇ ਦੇ ਉੱਤੇ ਅਤਿਆਚਾਰ ਕਰਨੀ, ਧੱਕਾ ਕਰਨਾ, ਰਾਵਣ ਵਰਗੇ ਸਨ। ਇੰਨੀ ਖੁਸ਼ੀ ਮਨਾਈ ਜਿਵੇਂ ਗੁਰੂ ਸਾਹਿਬ ਜੀ ਰਾਵਣ ਨੂੰ ਮਾਰ ਕੇ ਆਏ ਹੋਣ। ਰਾਮਚੰਦਪੁਰ ਆਪਣੇ ਮਿਲ ਕਰ ਪਰਿਵਾਰਾ। ਇਸ ਤਰ੍ਹਾਂ ਖੁਸ਼ੀਆਂ ਮਨਾਈਆਂ ਕਿ ਜਿਵੇਂ ਰਾਮਚੰਦਰ ਜੀ ਅਯੋਧਿਆ ਵਾਪਸ ਮੁੜ ਕੇ ਆਏ ਸਨ, ਜਿਵੇਂ ਦੀਵਾਲੀ ਹੁੰਦੀ, ਪਰ ਦੀਵਾਲੀ ਨਹੀਂ ਸੀ। ਫਿਰ ਵੀ ਸਿੱਖਾਂ ਨੇ ਖੁਸ਼ੀਆਂ ਮਨਾਈਆਂ ਇਸ ਢੰਗ ਦੇ ਨਾਲ। ਘਰ ਘਰ ਦੇ ਵਿੱਚ, ਗਲੀਆਂ ਵਿੱਚ, ਬਾਜ਼ਾਰਾਂ ਵਿੱਚ ਦੀਵੇ ਬਾਲੇ ਗਏ। ਇੱਥੇ ਕਵੀ ਸੰਤੋਖ ਸਿੰਘ ਜੀ ਨੇ ਅਧਿਆਇ ਨੰਬਰ 60 ਖਤਮ ਕੀਤਾ ਹੈ। ਸਮੇਂ ਦੀ ਵੀ ਸਮਾਪਤੀ ਹੈ, ਹੋਈਆਂ ਭੁੱਲਾਂ ਦੀ ਖਿਮਾ। ਆਓ ਇੱਕ ਦੋ ਵਾਰੀ ਰਚਨਾ ਨੂੰ ਕਰੀਏ ਪਵਿੱਤਰ ਜੀ, ਫਿਰ ਸਮਾਪਤੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੇ ਮਹੱਲਾ ਤੀਜਾ। ਆਨੰਦ ਇੱਕ ਓੰਕਾਰ। ਸਤਿਗੁਰ ਪ੍ਰਸਾਦ।